ਨਾਲ ਅਸੀਂ ਅੱਜ ਦੇਖ ਰਹੇ ਹਾਂ ਕਿ ਸ਼ੰਭੂ ਬਾਰਡਰ ਤੋਂ ਪੱਕੇ ਮੋਰਚੇ ਦੀ ਕਾਲ ਦਿੱਤੀ ਗਈ ਸੀਗੀ ਤੇ ਅੱਜ ਹੁਣ ਇਕੱਠ ਹੋਣਾ ਸ਼ੁਰੂ ਹੋ ਗਿਆ। ਕੀ ਕਹਿਣਾ ਚਾਹੁੰਦੇ ਹੋ? बिल्कुल होएगा जी, क्योंकि गल आ कि ਅਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇਹ ਸਾਡੀ ਹੋਂਦ ਦੀ ਲੜਾਈ ਆ ਤੇ ਸਾਡੀ ਹੋਂਦ ਦੀ ਲੜਾਈ ਦੇ ਵਿੱਚ ਦੇਖੋ ਇੱਕ ਬੰਦਾ ਕੋਈ ਗਲਤੀ ਕਰ ਸਕਦਾ, ਜਦੋਂ ਵਿਚਾਰ ਹੁੰਦੇ ਆ, ਵਾਦ ਹੁੰਦਾ, ਵਿਵਾਦ ਹੁੰਦਾ, ਫਿਰ ਸੰਵਾਦ ਹੁੰਦਾ, ਠੀਕ ਆ। ਤੇ ਇਥੋਂ ਅਸੀਂ ਉਹ ਚੀਜ਼ ਕੱਢਾਂਗੇ, ਇਥੋਂ ਅੱਡ-ਅੱਡ ਵਿਚਾਰਾਂ ਦੇ ਲੋਕਾਂ ਦੇ ਵਿਚਾਰ ਸੁਣਾਂਗੇ ਕਿ ਸਾਡੇ ਲਈ ਸਹੀ ਜਿਹੜੀ ਦਿਸ਼ਾ ਆ ਉਹ ਕੀ ਹੋਣੀ ਚਾਹੀਦੀ ਆ, ਅਸੀਂ ਕਿਵੇਂ ਆਪਣੀ ਲੜਾਈ ਜਿੱਤ ਸਕਦੇ ਆ, ਕਿਉਂਕਿ ਇੱਕ ਬੰਦਾ ਕੁਝ ਨਹੀਂ ਕਰ ਸਕਦਾ, ਬਹੁਤ ਸਾਰੇ ਵਿਚਾਰ ਹੁੰਦੇ। ਜਦੋਂ ਨਾ ਵਿਚਾਰਾਂ ਦਾ ਆਪਾਂ ਨਿਚੋੜ ਕੱਢਦੇ ਤਾਂ ਆਪਾਂ ਇੱਕ ਸਹੀ ਦਿਸ਼ਾ ਵੱਲ ਤੁਰਦੇ ਆ। ਸੋ ਇਹ ਇੱਕ ਖੁੱਲਾ ਮੰਚ ਆ ਜਿੱਥੇ ਆ ਕੇ ਕੋਈ ਵੀ ਆਪਣੀ ਜੋ ਜਿਹਨੂੰ ਲੱਗਦਾ ਆ ਵੀ ਸਾਨੂੰ ਕੋਈ ਮੰਚ ਤੇ ਬੋਲਣ ਨਹੀਂ ਦਿੰਦਾ, ਜਾਂ ਇੱਥੇ ਆ ਕੇ ਬੋਲ ਕੇ ਉਹ ਸਾਨੂੰ ਉਹ ਚੀਜ਼ਾਂ ਦੱਸ ਸਕਦੇ ਆ ਕਿ ਸਾਡੇ ਪੰਜਾਬ ਦੇ ਹਿੱਤ ਲਈ ਆਹ ਚੀਜ਼ ਸਹੀ ਆ। ਪਰ ਇਸ ਵੇਲੇ ਦੁਫਾੜ ਹੋ ਗਈ ਹੈ ਸ਼ੁਰੂਆਤ ਦੇ ਵਿੱਚ ਹੀ। ਲੱਖਾ ਸਿਧਾਣਾ ਹੋਰੀ ਬਠਿੰਡਾ ਬੈਠ ਕੇ ਜਸ ਬਾਜਵਾ ਨੇ ਵਿਰੋਧ ਕਰਤਾ, ਕਲਾਕਾਰ ਨਹੀਂ ਆ ਰਹੇ ਹੈਗੇ, ਦੀਪ ਸਿੱਧੂ ਹੋ, ਤੁਸੀਂ ਹੋ, ਬਹੁਤ ਘੱਟ ਬੰਦੇ ਨੇ ਤੁਹਾਡੇ ਨਾਲ ਇਸ ਵੇਲੇ। ਦੇਖੋ ਜੀ, ਉਦੇਸ਼ ਕੀ ਆ ਸਾਡਾ? ਜਿੱਤ ਨਾ, ਉਹ ਜਿਹੜੀ ਮਾਰੂ ਹੈਗੀ ਆ ਕੇਂਦਰ ਸਰਕਾਰ ਉਹਦੇ ਵਿਰੁੱਧ ਜਿੱਤ। ਆਜ਼ਾਦੀ ਦੀ ਲੜਾਈ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਲੋਕਾਂ ਨੇ ਆਪਣੇ ਮੋਰਚੇ ਲਾ ਕੇ ਲੜੀ, ਠੀਕ ਹੈ। ਉਦੇਸ਼ ਕੀ ਸੀ? ਜਿੱਤ। ਇਕਜੁੱਟਤਾ ਦੇ ਬਿਨਾਂ, ਏਕਤਾ ਦੇ ਬਿਨਾਂ ਜਿੱਤ ਨਹੀਂ ਹੋ ਸਕਦੀ। ਉਹੀ ਗੱਲ ਸੁਣਾ ਰਹੀ ਹੈ ਨਾ ਕਿ ਅੱਡ-ਅੱਡ ਜਗ੍ਹਾ ਤੇ ਮੋਰਚੇ ਜ਼ਰੂਰੀ ਨੇ। ਜਿਵੇਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋਈ ਸੀ, ਉਦੋਂ ਮੈਂ ਤੁਹਾਡੇ ਚੈਨਲ ਤੇ ਵੀ ਬੋਲਿਆ ਸੀ ਕਿ ਉਹ ਸਾਡੇ ਬਜ਼ੁਰਗ ਨੇ, ਪਿਓ ਨੇ, ਇਨ ਬਿਨ ਉਹਨਾਂ ਦੇ ਨਾਲ ਆ। ਪਰ ਤੁਸੀਂ ਛੱਡ ਹੀ ਗਏ ਹੋ, ਯੂਨੀਅਨਾਂ ਨੂੰ ਛੱਡ ਹੀ ਗਏ ਹੋ ਤੁਸੀਂ। ਨਹੀਂ, ਇਹ ਗਲਤਫਹਿਮੀ ਆ। ਅਸੀਂ ਯੂਨੀਅਨਾਂ ਨੂੰ ਨਹੀਂ ਛੱਡਿਆ, ਇੱਕ ਵਾਰ ਵੀ ਮੈਂ ਨਹੀਂ ਕਿਹਾ ਕਿ ਯੂਨੀਅਨ ਨੂੰ ਫੋਲੋ। ਮੈਂ ਸਿਰਫ ਇੰਨੀ ਗੱਲ ਬੋਲੀ ਆ ਕਿ ਯੂਨੀਅਨ ਨੂੰ ਸਾਡੀ ਸਪੋਰਟ ਆ ਜਿਹੜੀ ਉਹ ਇਸ ਚੀਜ਼ ਤੇ ਆ ਕਿ ਅਸੀਂ ਇਕੱਲੀ ਐਮਐਸਪੀ ਦੀ ਗੱਲ ਨਹੀਂ ਕਰ ਸਕਦੇ। ਅਸੀਂ ਪੜ੍ਹੇ ਲਿਖੇ ਆ, ਅਸੀਂ ਰੋਜ਼ ਇਹਨਾਂ ਚੀਜ਼ਾਂ 'ਚ ਵਿਚਰਦੇ ਆ। ਮੈਂ ਵਕੀਲ ਆ, ਮੈਂ ਇਸ ਲਾਅ ਦੇ ਬਾਰੇ ਜਾਂ ਹੋਰ ਵੀ ਜਿਹੜੇ ਸਵਾਮੀਨਾਥਨ ਵੀ, ਉਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਕਿ ਸਾਡੇ ਲਈ ਸਹੀ ਕੀ ਆ। ਸਾਡੀ ਲੜਾਈ ਇਕੱਲੀ ਐਮਐਸਪੀ ਦੀ ਨਹੀਂ ਹੈਗੀ। ਠੀਕ ਹੈ ਤੁਹਾਡੀ ਗੱਲ, ਪਰ 7 ਅਕਤੂਬਰ ਤੱਕ ਦਾ ਪਲਾਨ ਸੀਗਾ ਉਹਨਾਂ ਦਾ। ਉਹ ਕਹਿੰਦੇ ਕਿ 7 ਅਕਤੂਬਰ ਤੋਂ ਬਾਅਦ ਪ੍ਰੋਗਰਾਮ ਦੇਵਾਂਗੇ, ਤੁਸੀਂ ਆਪਣਾ ਅੱਡ ਤੌਰ ਤੇ 4 ਅਕਤੂਬਰ ਨੂੰ ਹੀ ਪ੍ਰੋਗਰਾਮ ਰੱਖ ਲਿਆ। ਉਹਨਾਂ ਨੂੰ ਇਹ ਗੱਲ ਕਹੀ ਸੀ, ਸਾਡਾ ਇਹ ਪਲਾਨ ਹੁਣ ਦਾ ਨਹੀਂ ਸੀਗਾ। ਸਾਡਾ ਜਿੱਦਣ 25 ਤਰੀਕ ਨੂੰ ਮੋਰਚਾ ਲੱਗਿਆ ਸੀ ਉਦਣ ਹੀ ਡਿਸਾਈਡ ਕਰ ਲਿਆ ਸੀ, ਉਦਣ 2 ਤਰੀਕ ਰੱਖੀ ਸੀਗੀ, ਪਰ 1 ਤਰੀਕ ਦਾ ਸੋਚਿਆ ਸੀਗਾ ਤੇ ਅਸੀਂ 4 ਨੂੰ ਮਤਲਬ ਥੋੜਾ ਡਿਲੇ ਕਰਕੇ ਸ਼ੁਰੂ ਕੀਤਾ ਆ। ਇਹ ਪਹਿਲਾਂ ਦਾ ਹੀ ਸੀ ਤੇ ਅਸੀਂ ਉਹਨਾਂ ਨੂੰ ਮੀਟਿੰਗ ਦੇ ਵਿੱਚ ਆਲਰੇਡੀ ਦੱਸਿਆ ਸੀ ਕਿ ਸਾਡਾ ਸ਼ੰਭੂ ਪੱਕਾ ਮੋਰਚਾ ਲੱਗਣਾ ਆ। ਇਹ ਜਸ ਬਾਜਵੇ ਨੂੰ ਵੀ ਪਤਾ ਸੀ, ਇਹ ਲੱਖੇ ਸਿਧਾਣੇ ਨੂੰ ਵੀ ਪਤਾ ਸੀ। ਅਸੀਂ ਉਦਣ ਉੱਥੇ ਬੈਠ ਕੇ ਗੱਲ ਕੀਤੀ ਆ। ਗੱਲ ਇਹ ਆ ਕਿ ਇਹ ਮੋਰਚਾ ਜ਼ਰੂਰੀ ਨਹੀਂਗਾ ਕਿ ਸਾਰੇ ਕਿਉਂ ਨਹੀਂ ਹੋ ਰਹੇ, ਨਾ ਲੱਖਾ ਸਿਧਾਣਾ ਹੋ ਰਿਹਾ, ਨਾ ਜਸ ਬਾਜਵਾ ਹੋ ਰਿਹਾ, ਨਾ ਹੋਰ ਕਲਾਕਾਰ ਹੋ ਰਹੇ ਨੇ, ਕਿਉਂ ਨਹੀਂ ਹੋ ਰਹੇ? ਮੇਰੀ ਗੱਲ ਸੁਣੋ, ਦੇਖੋ ਜਸ ਬਾਜਵੇ ਉਹਨਾਂ ਦੀ ਮੀਟਿੰਗ ਹੋਈ ਸੀਗੀ ਮੈਨੂੰ ਲੱਗਦਾ 2 ਤਰੀਕ ਨੂੰ। 1 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਜਿੱਥੇ ਰੇਲ ਰੋਕਦੀ, ਹੁਣ ਇਹਨੇ ਕਿੰਨੇ ਕੁ ਕਲਾਕਾਰ ਆ, ਸਾਰੇ ਇੱਕੋ ਜਗ੍ਹਾ ਤੇ ਇਕੱਠੇ ਥੋੜੀ ਹੋਣਾ। ਆਪਾਂ ਪੂਰਾ ਪੰਜਾਬ ਕਵਰ ਕਰਨਾ ਆ, ਸਾਰੇ ਅੱਡ-ਅੱਡ ਜਗ੍ਹਾ ਤੇ ਜਾ ਰਹੇ ਆ। ਜੇ ਕਿਸੇ ਨੇ ਕਿਹਾ ਕਿ ਬਾਈਕਾਟ, ਉਹਦੇ ਲਈ ਮਾੜੀ ਗੱਲ ਆ, ਠੀਕ ਆ। ਬਾਈਕਾਟ ਕਿਸੇ ਚੀਜ਼ ਦਾ ਨਹੀਂ, ਅਸੀਂ ਕਿਤੇ ਨਹੀਂ ਕਿਹਾ ਕਿ ਅਸੀਂ ਟ੍ਰੇਨਾਂ ਦਾ ਬਾਈਕਾਟ ਕਰਦੇ ਸੀ, ਉਹਨਾਂ ਚੀਜ਼ਾਂ ਦੇ ਸਿੱਧੂ ਨੇ ਕਿਹਾ ਕਿ ਇਹ ਪੁਰਾਣੇ ਹੋ ਗਏ ਤਰੀਕੇ, ਟ੍ਰੇਨਾਂ ਟਰੂਨਾਂ ਰੋਕਣ ਵਾਲੇ ਤਰੀਕੇ ਪੁਰਾਣੇ ਹੋ ਗਏ। ਆਪਣੀ ਪਰਸਨਲ ਓਪੀਨੀਅਨ ਆ, ਉਹ ਦੀਪ ਵੀਰੇ ਦੀ ਓਪੀਨੀਅਨ ਆ। ਮੇਰੀ ਓਪੀਨੀਅਨ ਇਹ ਕਹਿੰਦੀ ਆ ਕਿ ਮੇਰੇ ਲਈ ਤਾਂ ਇਹ ਆ ਕਿ ਘਰ 'ਚ ਬੈਠ ਕੇ ਕੋਈ ਜੀਓ ਦਾ ਸਿਮ ਵੀ ਬੰਦ ਕਰੀ ਜਾਂਦਾ ਨਾ, ਉਹ ਵੀ ਵਿਦਰੋਹ ਆ। ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ, ਕਿਉਂਕਿ ਮੈਂ ਜੰਗਲ ਦੇ ਵਿੱਚ ਅੱਗ ਲੱਗੀ ਕਾਰਪੀਡੋ ਹੁੰਦਾ ਨਾ ਪ੍ਰੋਗਰਾਮ। ਤਾਂ ਹੁਣ ਕਿਸਾਨ ਜਥੇਬੰਦੀਆਂ ਟ੍ਰੇਨ ਰੋਕ ਰਹੀਆਂ ਨੇ, 7 ਤਰੀਕ ਤੱਕ ਦਾ ਉਹਨਾਂ ਦਾ ਪ੍ਰੋਟੈਸਟ ਸੀਗਾ। ਜਸ ਬਾਜਵਾ ਨੇ ਆਪਣੇ ਪੋਸਟ ਤੇ ਲਿਖਿਆ ਕਿ 7 ਤਰੀਕ ਤੋਂ ਬਾਅਦ ਅਸੀਂ ਸਾਰੇ ਬਾਰਡਰ ਸੀਲ ਕਰਨੇ ਸੀਗੇ, ਨਾ ਕਿ ਸ਼ੰਭੂ ਬਾਰਡਰ ਦੀ ਗੱਲ ਸੀਗੀ। ਐਦਾਂ ਦੀ 7 ਤਰੀਕ ਤੋਂ ਬਾਅਦ ਕੋਈ ਬਾਰਡਰ ਸੀਲ ਕਰਨ ਵਾਲੀ ਇੱਕ ਵੀ ਗੱਲ ਉੱਥੇ ਮੀਟਿੰਗ 'ਚ ਨਹੀਂ ਹੋਈ ਹੈਗੀ। ਸਿਰਫ ਇੰਨਾ ਦੱਸਿਆ ਗਿਆ ਸੀਗਾ 4 ਮਤੇ ਪਾਸ ਕਰਨ ਵਾਲਾ, ਟੋਲ ਪਲਾਜ਼ੇ ਵਾਲਾ ਜਿਹੜਾ ਉਹ ਬਰਨਾਲੇ ਵਾਲਾ ਆ, ਠੀਕ ਆ, ਤੇ ਰੇਲ ਰੋਕਣ ਵਾਲਾ, ਤੇ ਇੱਕ ਸੀਗਾ ਅੰਡਾਣੀ ਅੰਬਾਣੀ ਬਾਈਕਾਟ, ਬੀਜੇਪੀ ਅੰਡਾਣੀ ਅੰਬਾਣੀ ਬਾਈਕਾਟ ਵਾਲਾ। ਆਹ ਗੱਲਾਂ ਉੱਥੇ ਹੋਈਆਂ ਸੀਗੀਆਂ। ਇਹ 'ਚ ਕੋਈ ਵੀ ਨਹੀਂ ਗੱਲ ਕੀਤੀ ਗਈ ਸੀਗੀ ਕਿ ਅਸੀਂ 7 ਤਰੀਕ ਤੋਂ ਬਾਅਦ ਬਾਰਡਰ ਸੀਲ ਕਰੇ। ਬਾਰਡਰ ਸੀਲ ਕਰਨ ਦੀ ਉਹਨਾਂ ਨੂੰ ਸੁਝਾਅ ਮੈਂ ਦਿੱਤਾ ਸੀਗਾ, ਸਾਰੇ ਜਾਣੇ ਬੈਠੇ ਸੀਗੇ। ਜਦੋਂ ਇੱਥੇ ਕੋਈ ਗੱਲ ਨਹੀਂ ਹੋਈ ਤਾਂ ਮੈਂ ਉਹਨਾਂ ਨੂੰ 2 ਗੱਲਾਂ ਬੋਲੀਆਂ ਸੀਗੀਆਂ। ਮੈਂ ਕਿਹਾ ਕਿ ਇੱਕ ਤਾਂ ਅਸੀਂ ਇਕੱਲੀ ਕਿਸਾਨੀ ਦੀ ਗੱਲ ਨਹੀਂ ਕਰਨੀ, ਇਹ ਮਜ਼ਦੂਰ ਸਾਰਿਆਂ ਦੇ ਉੱਤੇ। ਇਸ ਵੇਲੇ ਲੜਾਈ ਕਿਸਾਨੀ ਦੀ ਹੈ ਕਿ ਇੱਕ ਤਾਂ ਜਿੱਤ ਲੋ, ਬਾਕੀ ਨਾਲ ਫੇਰ ਚੱਲਣਗੀਆਂ ਸਾਰਿਆਂ ਦੀ। ਇਹੀ ਅਸੀਂ ਦੇਖੋ, ਉਹ ਸਾਨੂੰ ਐਵੇਂ ਗੁੰਮਰਾਹ ਕਰਨਾ ਚਾਹੁੰਦੇ ਤੇ ਆਪਾਂ ਗੁੰਮਰਾਹ ਹੋ ਰਹੇ ਹਾਂ। ਇਹ ਬਿੱਲ ਦਾ ਅਸਰ ਕੱਲੇ ਕਿਸਾਨਾਂ ਤੇ ਨਹੀਂ ਹੋ ਰਿਹਾ, ਇਸ ਬਿੱਲ ਦਾ ਅਸਰ ਸਾਰਿਆਂ ਤੇ ਮਾਰੂ ਆ। ਜਿਹੜੇ ਸੋਚਦੇ ਆ ਕਿ ਸ਼ਹਿਰੀ ਤਬਕੇ ਤੇ ਅਸਰ ਨਹੀਂ ਪੈਣਾ, ਸ਼ਹਿਰੀ ਤਬਕੇ ਤੇ ਵੀ ਉਨਾ ਹੀ ਅਸਰ ਆ। ਦੁਕਾਨਦਾਰ, ਪੱਲੇਦਾਰ, ਡਰਾਈਵਰ, ਆੜਤੀਏ, ਠੀਕ ਆ, ਈਵਨ ਡਾਕਟਰ ਲੈ ਲਓ, ਵਕੀਲ ਲੈ ਲਓ, ਸਾਰੇ। ਸ਼ੁਰੂਆਤ 'ਚ ਮੈਮ ਵੱਖ ਕਿਉਂ ਹੋ ਗਏ? ਸ਼ੁਰੂਆਤ 'ਚ ਵੱਖ ਕਿਉਂ ਹੋ ਗਏ, ਅੱਡ ਕਿਉਂ ਹੋ ਗਏ? ਮੈਂ ਫੇਰ ਕਹਿ ਰਹੀ ਹਾਂ, ਅਸੀਂ ਤਾਂ ਆਪ ਬੋਲ ਰਹੇ ਹਾਂ ਕਿ ਜਿੱਥੇ ਜਿਹੜਾ ਹੈਗਾ ਉਹ ਧਰਨਾ ਲਾਵੇ। ਜੇ ਉਹਨਾਂ ਨੇ ਉੱਥੇ ਰਿਲਾਇੰਸ ਦਾ ਪੰਪ ਰੋਕਿਆ, ਰੋਕੇ। ਪਰ ਉਹਨਾਂ ਨੇ ਲਿਖਿਆ ਹੈ ਕਿ ਅਸੀਂ 4 ਮਾਰਚ ਵਾਲੇ ਸ਼ੰਭੂ ਬਾਰਡਰ ਤੇ ਨਹੀਂ ਜਾਣਾ ਹੈਗਾ, ਸਪੈਸ਼ਲ ਲਿਖਿਆ। ਇਹ ਉਹਨਾਂ ਦੀ ਮਾੜੀ ਗੱਲ ਆ ਨਾ, ਇਹ ਉਹਨਾਂ ਦੀ ਸੋਚ ਆ
ਕਿਉਂਕਿ ਜਦੋਂ ਵੀ ਕਿਤੇ ਦੇਖੋ ਜਸ ਬਾਜਵੇ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਸਾਡੀ ਇੰਡਸਟਰੀ 'ਚ ਜੈਲਸ ਬਹੁਤ ਆ, ਫਿਰ ਕੀ ਪਤਾ ਜੈਲਸ ਹੋਵੇ। ਕਿਤੇ ਤੁਹਾਡੀ ਕ੍ਰੈਡਿਟ ਲੈਣ ਦੀ ਵਾਰ ਤਾਂ ਨਹੀਂ ਹੈਗੀ ਨਾ ਕਿ ਕ੍ਰੈਡਿਟ ਲੈ ਲਈਏ ਅਸੀਂ ਅੱਗੇ ਆ ਜਾਈਏ, ਦੀਪ ਸਿੱਧੂ ਅੱਗੇ ਆ ਜਾਵੇ, ਤੁਸੀਂ ਅੱਗੇ ਆ ਜਾਓ। ਆਪਾਂ ਤਾਂ ਸ਼ੁਰੂ ਤੋਂ ਹੀ ਲੜਦੇ ਆ ਰਹੇ ਆ, ਸ਼ਾਇਦ ਸਿੰਗਰ ਅੱਜ ਆਏ ਹੁਣ, ਲੱਖਾ ਬਹੁਤ ਦੇਰ ਤੋਂ ਸੰਘਰਸ਼ ਲੜਦਾ, ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਦੀਪ ਵੀਰਾ ਚਲੋ ਪਹਿਲਾਂ ਫਿਲਮਾਂ ਦੇ ਕਲਾਕਾਰਾਂ ਨੂੰ ਵੱਖ ਕਰ ਲਓ, ਕਲਾਕਾਰਾਂ ਨੂੰ ਵੱਖ ਕਰ ਲਓ। ਲੱਖਾ ਸਿਧਾਣਾ ਵੀ ਨਹੀਂ ਆਏ ਹੈਗੇ, ਉਹ ਤਾਂ ਤੁਹਾਡੇ ਨਾਲ ਦੇ ਨੇ। ਰਿਲਾਇੰਸ ਦਾ ਪੰਪ ਘੇਰਿਆ ਹੋਇਆ ਨਾ ਉਹਨਾਂ ਨੇ, ਤੇ ਉਹ ਹੁਣ ਛੱਡ ਕੇ ਥੋੜੀ ਇੱਥੇ ਪਹੁੰਚਣਗੇ। 25 ਸਤੰਬਰ ਨੂੰ ਆਏ ਸੀ ਨਾ ਉਰੇ, 30 ਸਤੰਬਰ ਮੀਟਿੰਗਾਂ ਹੋਈਆਂ ਨਾ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ। 25 ਸਤੰਬਰ ਨੂੰ ਕੋਈ ਪੰਪ ਨਹੀਂ ਘੇਰਿਆ ਸੀ, ਕੁਝ ਨਹੀਂ ਸੀ। ਅੱਜ ਉਹਨਾਂ ਦਾ ਮੈਨੂੰ ਲੱਗਦਾ ਪਰਸੋਂ ਦਾ ਉਹਨਾਂ ਨੇ ਪੰਪ ਘੇਰਿਆ ਹੋਇਆ। ਜੇ ਉਹਨਾਂ ਨੇ ਪੰਪ ਘੇਰਿਆ ਹੋਇਆ ਤਾਂ ਉਹਨੂੰ ਛੱਡ ਕੇ ਥੋੜੀ ਨਾ ਆਉਣਗੇ ਉਰੇ। ਸੋਚਣ ਵਾਲੀ ਗੱਲ ਆ। ਜੇ ਉਹਨਾਂ ਨੇ ਬਾਈਕਾਟ ਦੀ ਗੱਲ ਕੀਤੀ, ਉਹਨਾਂ ਲਈ ਗੱਲ ਹੋਈ, ਤੁਸੀਂ ਬੁਲਾਇਆ ਨਹੀਂ ਉਹਨਾਂ ਨੂੰ, ਤੁਸੀਂ ਸੱਦਾ ਦਿੱਤਾ ਉਰੇ ਆਉਣ ਦਾ। ਮੈਂ ਲੱਖੇ ਨੂੰ ਫੋਨ ਕੀਤੇ ਸੀਗੇ, ਮੇਰੀ ਹੋਈ ਹੈ ਸੁੱਖ ਜਗਰਾਉਂ ਨਾਲ ਗੱਲ, ਠੀਕ ਆ। ਉਹ ਕਹਿੰਦੇ ਕਿ ਅਸੀਂ ਇੱਥੇ ਧਰਨਾ ਲਾਇਆ ਹੋਇਆ ਆ, ਪਰ ਆਪਾਂ ਸਾਰੇ ਇਕੱਠੇ ਆ। ਮੈਨੂੰ ਆਹ ਗੱਲ ਬੋਲੀ ਗਈ, ਮੈਨੂੰ ਸਵੇਰੇ ਕਿਸੇ ਮੀਡੀਆ ਵਾਲੇ ਨੇ ਆ ਕੇ ਬੋਲਿਆ ਕਿ ਉਹਨਾਂ ਨੇ ਕਿਹਾ ਬਾਈਕਾਟ ਆ। ਫਿਰ ਮੈਂ ਕਿਹਾ ਕਿ ਜੇ ਉਹਨਾਂ ਨੇ ਬਾਈਕਾਟ ਕਿਹਾ ਮਾੜੀ ਗੱਲ ਆ, ਮੈਨੂੰ ਨਹੀਂ ਪਤਾ, ਮੈਂ ਨਹੀਂ ਸੁਣਿਆ, ਪਰ ਉਹਨਾਂ ਦਾ ਜੇ ਧਰਨਾ ਲੱਗਿਆ ਉਸ ਕਰਕੇ ਨਹੀਂ ਆਏ, ਉਸ ਗੱਲ ਹੀ ਐਪਰੀਸ਼ੀਏਟ ਕਰਦੇ, ਕਿਉਂਕਿ ਹਰੇਕ ਦਾ ਆਪਣੀ ਆਪਣੀ ਜਗ੍ਹਾ ਦੇ ਉੱਤੇ ਧਰਨਾ ਲਾਉਣਾ ਸਹੀ ਆ। ਤੇ ਲੱਗਦਾ ਕਿ 100 ਬੰਦਾ ਜੇ ਕੋਈ ਬੈਠਾ ਰਹੂਗਾ, ਕੋਈ ਰਿਲਾਇੰਸ ਦੇ ਪੰਪ ਤੇ ਬੈਠ ਗਿਆ, ਕੋਈ ਟੋਲ ਪਲਾਜ਼ੇ ਤੇ ਬੈਠ ਗਿਆ, ਜਾਂ ਲੱਖਾਂ ਬੰਦਾ ਸੜਕ ਤੇ ਇਕੱਠਾ ਹੋਊਗਾ, ਉਹਦਾ ਅਸਰ ਹੋਊਗਾ ਕਿ 100 ਬੰਦੇ ਦਾ 50 ਜਗ੍ਹਾ ਅਸਰ ਹੋਊਗਾ? ਜਦੋਂ ਲੱਖਾਂ ਬੰਦੇ ਇਕੱਠੇ ਹੋ ਕੇ ਦਿੱਲੀ ਵੱਲ ਰੁਖ ਕਰਨਗੇ, ਅਸਰ ਉਦੋਂ ਹੋਊਗਾ। ਇੰਨਾ ਕੁ ਅਸਰ ਤਾਂ ਇਸ ਇਕੱਲੇ ਮੋਰਚੇ ਦਾ ਵੀ ਨਹੀਂ ਹੋਣਾ ਜੇ ਆਪਾਂ ਕਹਿ ਦਈਏ, ਠੀਕ ਆ। ਤੇ ਜਿਹੜੀ ਤੁਸੀਂ ਕ੍ਰੈਡਿਟ ਵਾਲੀ ਗੱਲ ਵੀ ਕੀਤੀ, ਇਸ ਮੋਰਚੇ ਦੇ ਵਿੱਚ ਬੈਠ ਕੇ ਕਿਹਨੂੰ ਕ੍ਰੈਡਿਟ ਮਿਲ ਜੂਗਾ? ਸਾਡਾ ਤਾਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਜਥੇਬੰਦੀਆਂ ਤੋਂ ਲੈ ਕੇ ਸਾਰੇ ਜਾਣੇ ਵਿਦਰੋਹ ਕਰੀ ਜਾਂਦੇ ਆ ਕਿ ਇਹ ਗੱਲਾਂ ਹੀ ਅੱਡ ਕਰ ਰਹੇ ਆ। ਜਦੋਂ ਮੈਂ ਐਮਐਸਪੀ ਦੀ ਗੱਲ ਕੀਤੀ ਵੀ ਮੈਂ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਹੇ ਆ, ਪਰ ਸਾਡੀ ਕੰਡੀਸ਼ਨਲ ਸਪੋਰਟ ਆ, ਐਮਐਸਪੀ ਦੀ ਇਕੱਲੀ ਦੀ ਲੜਾਈ ਨਹੀਂ ਹੋਊਗੀ। ਦੂਜੀ ਗੱਲ ਆ ਕਿ ਇਹ ਟਾਈਮ ਬਾਉਂਡ ਹੋਊਗਾ। ਜਦੋਂ ਆਹ ਦੋਨੋਂ ਗੱਲਾਂ ਕੀਤੀਆਂ, ਸਾਰੇ ਕਹਿੰਦੇ ਤੂੰ ਵਿਦਰੋਹੀ ਸੁਰ 'ਚ ਬੋਲਦੀ ਆ। ਗੱਲ ਆ ਕਿ ਮੈਂ ਬਾਰ-ਬਾਰ ਕਹਿੰਦੀ ਆ ਕਿ ਜੇ ਅਸੀਂ ਸਰਕਾਰਾਂ ਦਾ ਵਿਦਰੋਹ ਕਰ ਸਕਦੇ ਆ, ਤਾਂ ਜੇ ਸਾਡੇ ਘਰ ਦੇ ਵਿੱਚ ਸਾਡੇ ਆਪਣੇ ਮੈਂਬਰ ਵੀ ਕਿਤੇ ਗਲਤ ਹੋਣਗੇ, ਉਹਨਾਂ ਦਾ ਵੀ ਵਿਦਰੋਹ ਹੋਊਗਾ। ਕਾਲ ਦੇਣ ਤੋਂ ਪਹਿਲਾਂ ਇੱਕ ਵਾਰੀ ਆਪਸ 'ਚ ਸਹਿਮਤੀ ਜ਼ਰੂਰੀ ਸੀਗੀ। 4 ਅਕਤੂਬਰ ਦੀ ਕਾਲ ਤੁਸੀਂ ਇਕੱਲਿਆਂ ਨਹੀਂ ਦਿੱਤੀ ਹੈ। ਨਹੀਂ, ਮੈਂ ਨਹੀਂ ਦਿੱਤੀ, ਬਾਈ ਨੇ ਦਿੱਤੀ ਆ। ਦੇਖੋ, ਬਾਈ ਨੇ ਵੀ ਸਲਾਹ ਨਹੀਂ ਕੀਤੀ ਕਿਸੇ ਨਾਲ। ਬਾਈ ਹੁਣਾਂ ਦੀ ਹੋਰ ਮੀਟਿੰਗ ਆ, ਇੱਥੇ ਜਿਹੜੇ ਸੀਗੇ ਉਹਨਾਂ ਨਾਲ ਵੀ ਹੋਈ ਆ, ਉੱਥੇ ਵੀ ਮੀਟਿੰਗ ਹੋਈ ਆ। ਉਹ ਹੁਣ ਕੋਈ ਕਹਦੇ ਕਿ ਸਾਨੂੰ ਨਹੀਂ ਦੱਸਿਆ, ਸੱਦਿਆ ਨਹੀਂ, ਫਿਰ ਇਹ ਤਾਂ ਈਗੋ ਹੁੰਦੀ ਆ ਨਾ, ਇਹ ਤਾਂ ਫਿਰ ਈਗੋ ਹੁੰਦੀ ਆ, ਠੀਕ ਆ ਨਾ, ਇਹ ਤਾਂ ਈਗੋ ਆ। ਹੁਣ ਛੱਡਣੀ ਨਹੀਂ ਚਾਹੀਦੀ, ਫਿਰ ਈਗੋ ਛੱਡਣੀ ਨਹੀਂ ਚਾਹੀਦੀ। ਬਿਲਕੁਲ ਛੱਡਣੀ ਚਾਹੀਦੀ ਹੈ ਈਗੋ। ਅੱਜ ਲੜਾਈ ਆਪਸ 'ਚ ਨਹੀਂ ਹੈਗੀ। ਹੁਣ ਛੋਟੀ ਜੀ ਗੱਲ ਆ ਨਾ, ਐਗਜ਼ਾਮਪਲ ਦਿੰਨੀ ਆ ਕਿ ਜਿੱਦਣ ਸਾਡੀ ਉੱਥੇ ਲੱਗੀ ਆ ਸੀਗੀ ਸਾਡੀ ਮੀਟਿੰਗ ਹੋਈ, ਉੱਥੇ ਸਾਰੇ ਕਹਿੰਦੇ ਕਲਾਕਾਰ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਕਿਉਂ? ਸੋਸ਼ਲ ਐਕਟਿਵਿਸਟ ਵਕੀਲ ਅਸੀਂ ਨਹੀਂ ਸੀਗੇ, ਐ ਤਾਂ ਅਸੀਂ ਵੀ ਈਗੋ ਲੈ ਆਉਂਦੇ। ਇਹ ਈਗੋ ਨਹੀਂ ਹੁੰਦੀ, ਇਹ ਗਲਤ ਗੱਲਾਂ ਹੁੰਦੀਆਂ ਨੇ। 14 ਮੈਂਬਰੀ ਆ, ਉਹ ਕਿਤੇ ਬਣੀਓ ਨਹੀਂ। ਜਿਹੜੀ ਤੁਸੀਂ ਕਹਿੰਦੇ ਸੀਗੇ 7 ਉਹਨਾਂ ਦੇ ਲਵਾਂਗੇ, 7 ਇੱਧਰ ਆਉਣਗੇ, ਬਣੀਓ ਨਹੀਂ ਹੈਗੀ। ਇਹ ਉਹਨਾਂ ਨੇ ਡਿਸਾਈਡ ਕੀਤਾ ਕਿ 7 ਮੈਂਬਰ ਉਧਰਲੇ ਹੋਣਗੇ, ਉਹ ਵੀ 7 ਕਲਾਕਾਰਾਂ ਦੇ ਕਿਹਾ ਸੀ, ਕੋਈ ਸੋਸ਼ਲ ਐਕਟਿਵਿਸਟ ਨਹੀਂ ਉਹਦੇ ਵਿੱਚ ਸੀਗਾ।